Hello guys, welcome to Ace English Academy. I am Neha Sharma. Today I am going to teach you vocabulary related to environment. ਤਾਂ ਇਹ ਬਹੁਤ ਹੀ common topic ਹੈ ਜੋ ਮਤਲਬ ਬਹੁਤ ਸਾਰੇ ਟਾਸਕ ਦੇ ਵਿੱਚ ਆਉਂਦਾ ਹੈ। ਸਪੀਕਿੰਗ ਦੇ ਵਿੱਚ ਵੀ ਬਹੁਤ ਸਾਰੇ ਆਪਣੇ ਕਿਊ ਕਾਰਡਸ ਨੇ ਜੋ ਇੱਕ environment ਰਿਗਾਰਡਿੰਗ ਹੋ ਜਾਂਦੇ ਨੇ, ਜਿਵੇਂ ਹੁਣ ਵੀ ਹੈਗਾ describe a city that you visited and that was affected by pollution, ਹੈ ਨਾ। ਤਾਂ ਆਪਾਂ ਸਟਾਰਟ ਕਰਦੇ ਹਾਂ। ਔਰ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਇਹਨੂੰ ਸ਼ੇਅਰ ਕਰੋ ਅਤੇ ਚੈਨਲ ਨੂੰ ਸਪੋਰਟ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਦੀ ਹੈਲਪ ਹੋ ਸਕੇ। ਤਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਵਰਡ ਹੈ এনवायरमेंट। ਇਸ ਨੂੰ ਬੱਚੇ ਮਿਸਸਪੈਲਡ ਕਰਦੇ ਆ ਜ਼ਿਆਦਾਤਰ, ਚਾਹੇ ਇਹ ਸਪੀਕਿੰਗ ਦੇ ਲਿਸਨਿੰਗ ਦੇ ਵਿੱਚ ਵੀ ਬਹੁਤ ਵਾਰ ਆ ਜਾਂਦਾ ਹੈ ਔਰ ਰਾਈਟਿੰਗ ਦੇ ਵਿੱਚ ਤਾਂ ਆਪਾਂ ਬਾਰ-ਬਾਰ ਯੂਜ਼ ਕਰਦੇ ਹੀ ਕਰਦੇ ਹਾਂ, ਠੀਕ ਹੈ। এনवायरमेंट ਦੀ ਜਗ੍ਹਾ 'ਤੇ ਤੁਸੀਂ ਹੋਰ ਕਿਹੜੇ ਵਰਡ ਯੂਜ਼ ਕਰ ਸਕਦੇ ਹੋ? ਇਕੋਲੋਜੀ ਵਰਡ ਯੂਜ਼ ਕਰ ਸਕਦੇ ਹੋ, ਇਕੋਸਿਸਟਮ ਵਰਡ ਯੂਜ਼ ਕਰ ਸਕਦੇ ਹੋ, ਬਾਇਓਸਫੀਅਰ ਵਰਡ ਯੂਜ਼ ਕਰ ਸਕਦੇ ਹੋ, ਐਟਮੋਸਫੀਅਰ ਯੂਜ਼ ਕਰ ਸਕਦੇ ਹੋ, ਸਰਾਊਂਡਿੰਗ ਏਰੀਆ ਇਹ ਤਾਂ ਯੂਜ਼ ਕਰ ਸਕਦੇ ਹੋ। ਸਰਾਊਂਡਿੰਗ ਏਰੀਆ ਮਤਲਬ ਆਪਣੇ ਚਾਰੋਂ ਤਰਫ ਦਾ ਏਰੀਆ, ਆਪਾਂ ਵਾਤਾਵਰਨ ਕਹਿ ਸਕਦੇ ਨੇ। ਆਪਾਂ ਨੂੰ ਆਪਣੇ ਚਾਰੋਂ ਤਰਫ ਦੇ ਏਰੀਏ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ। ਵੀ ਨੀਡ ਟੂ ਕੀਪ ਅਵਰ ਸਰਾਊਂਡਿੰਗ ਏਰੀਆ ਨੀਟ ਐਂਡ ਕਲੀਨ। ਤਾਂ ਅੱਗੇ ਹੈਬੀਟੈਟ ਔਰ ਡਵੈਲਿੰਗ ਏਰੀਆ, ਇਹ ਕਿਸੇ ਵੀ ਦਾ ਲਿਵਿੰਗ ਪਲੇਸ ਹੁੰਦਾ, ਲਿਵਿੰਗ ਪਲੇਸ ਵੀ ਕਹਿ ਸਕਦੇ ਹੋ। ਜਿਵੇਂ ਵਾਈਲਡ ਇਜ਼ ਦ ਲਿਵਿੰਗ ਪਲੇਸ ਆਫ ਐਨੀਮਲਸ, ਵਾਈਲਡ ਮੀਨਸ ਫੋਰੈਸਟ। ਆਪਾਂ ਇੱਥੇ ਕਰਦੇ ਹਾਂ ਡੀਗਰੇਡ, ਪੋਲਿਊਟ, ਕੰਟੈਮੀਨੇਟ ਐਂਡ ਹਾਰਮ। ਇਹਦਾ ਮਤਲਬ ਹੈ ਵੀ ਵਰਬ ਹੈ ਇਹ। ਤਾਂ ਪੋਲਿਊਸ਼ਨ ਨੂੰ ਹਾਰਮ ਕਰਨਾ, এনवायरमेंट ਨੂੰ ਹਾਰਮ ਕਰਨਾ, ਡੀਗਰੇਡ ਕਰਨਾ, ਕੰਟੈਮੀਨੇਟ ਕਰਨਾ, ਇਹ ਸਾਰੇ ਵਰਡਸ ਨੇ। ਚਾਰ ਵਰਡ ਤਾਂ ਇਹ ਹੋ ਗਏ। ਦੂਸਰਾ ਆਪਾਂ ਦੋ ਵਰਡ ਇਹ ਯੂਜ਼ ਕਰ ਸਕਦੇ ਹਾਂ, ਤਿੰਨ ਵਰਡ ਹੈ 'ਚ ਡਿਟੀਰੀਓਰੇਟ ਵਰਬ ਬਣ ਜੂਗੀ। ਅਗਰ ਡਿਟੀਰੀਓਰੇਸ਼ਨ ਕਹਿਣਾ ਤਾਂ ਮਤਲਬ ਖਰਾਬ ਹੋਣਾ, ਡੀਗਰੇਡੇਸ਼ਨ। ਤਾਂ ਆਪਾਂ ਕਹਿ ਸਕਦੇ ਹਾਂ এনवायरमेंटल डिग्रेडेशन हैज़ बिकम एन इशू ऑफ कंसर्न। ਤਾਂ এনवायरमेंटल डिटीरियोरेशन, ਇਕੋਸਿਸਟਮ ਡਿਟੀਰੀਓਰੇਸ਼ਨ, ਇਹਦਾ ਵਰਡ ਯੂਜ਼ ਕਰ ਸਕਦੇ ਹੋ, ਠੀਕ ਹੈ। ਫਿਰ ਆਪਾਂ ਕਿਵੇਂ ਕਰਦੇ ਨੇ? ਆਪਾਂ ਇਮਿਟ ਕਰਦੇ ਹਾਂ, ਰਿਲੀਜ਼ ਕਰਦੇ ਹਾਂ, ਡਿਸਚਾਰਜ ਕਰਦੇ ਹਾਂ, ਐਕਸਕ੍ਰੀਟ ਕਰ ਸਕਦੇ ਹਾਂ। ਕੀ ਕਰਦੇ ਹਾਂ? ਪੋਇਜ਼ਨਸ ਗੈਸਿਸ, ਇੱਥੇ ਦਿੱਤਾ ਹੋਇਆ ਵਰਡ ਪੋਇਜ਼ਨਸ ਅਤੇ ਅਬਨੋਕਸ਼ੀਅਸ ਗੈਸਿਸ। ਹਾਰਮਫੁਲ ਗੈਸਿਸ ਵੀ ਕਹਿ ਸਕਦੇ ਹੋ ਕਿ ਆਪਾਂ ਬਹੁਤ ਖਤਰਨਾਕ ਜੋ ਗੈਸਿਸ ਹੈ ਰਿਲੀਜ਼ ਕਰਦੇ ਹਾਂ ਐਟਮੋਸਫੇਅਰ ਦੇ ਵਿੱਚ, ਜਿਵੇਂ ਕਾਰਜ਼ ਹੈ, ਠੀਕ ਹੈ, ਫੈਕਟਰੀਜ਼ ਹੈ। ਦ emission of poisonous gases through factories degrade the environment, ਇੱਦਾ ਵਰਡ ਯੂਜ਼ ਕਰ ਸਕਦੇ ਹੋ, ਠੀਕ ਹੈ। ਅਗਰ ਫਿਰ ਵੀ ਤੁਹਾਨੂੰ ਆਹ ਚਾਰ ਵਰਡ ਘੱਟ ਪੈ ਰਹੇ ਨੇ ਤਾਂ ਇੱਥੇ ਅੱਗੇ ਵਰਡ ਦਿੱਤਾ ਹੈ ਸਿਕ੍ਰੇਸ਼ਨ, ਵੈਂਟਿੰਗ, ਐਮਿਸ਼ਨ, ਐਗਜ਼ੌਸਟ। ਔਰ ਐਗਜ਼ੌਸਸ਼ਨ ਵੀ ਵਰਡ ਬਣ ਸਕਦਾ, ION ਲਾ ਦੋਗੇ ਤਾਂ ਐਗਜ਼ੌਸਸ਼ਨ ਆਫ obnoxious gases, harmful gases, got it। ਨੈਕਸਟ ਹੈ ਬਾਇਓਡੀਗ੍ਰੇਡੇਬਲ। ਬਾਇਓਡੀਗ੍ਰੇਡੇਬਲ ਪ੍ਰੋਡਕਟਸ ਉਹ ਹੁੰਦੇ ਨੇ ਜਿਹੜੇ ਆਪਣੇ ਆਪ ਗਲ ਸੜ ਜਾਂਦੇ ਨੇ, এনवायरमेंट ਲਈ ਫਾਇਦੇਮੰਦ ਹੁੰਦੇ ਨੇ, ਮਤਲਬ এনवायरमेंट ਨੂੰ ਖਰਾਬ ਨਹੀਂ ਕਰਦੇ। ਜਿਵੇਂ ਆਪਣੀ ਵੇਸਟ ਹੁੰਦੀ ਹੈ ਵੈਜੀਟੇਬਲਸ ਦੀ, ਫਰੂਟਸ ਦੀ, ਆਪਣੇ ਆਪ ਕੀ ਮਿੱਟੀ ਬਣ ਜਾਂਦੇ ਨੇ, ਤਾਂ ਇਹ ਬਾਇਓਡੀਗ੍ਰੇਡੇਬਲ ਪ੍ਰੋਡਕਟਸ ਹੁੰਦੇ ਨੇ। ਡੀਕੰਪੋਜ਼ੇਬਲ ਵਰਡ ਵੀ ਯੂਜ਼ ਕਰ ਸਕਦੇ ਹੋ। ਡਿਸਪੋਜ਼ੇਬਲ, ਆਹ ਡਿਸਪੋਜ਼ੇਬਲ ਹੈ, ਇੱਥੇ ਆਪਣਾ ਡੀਕੰਪੋਜ਼ੇਬਲ ਹੈ। ਇਕੋ ਫਰੈਂਡਲੀ, ਪਰਸ਼ੇਬਲ ਜਿਹੜੇ ਆਪਣੇ ਆਪ ਗਲ ਸੜ ਜਾਂਦੇ। ਪਰਸ਼ੇਬਲ ਹੋਰ ਕੰਟੈਕਸਟ ਵੀ ਯੂਜ਼ ਕਰ ਸਕਦੇ ਹੋ, ਜਿਵੇਂ ਆਪਾਂ ਰੈਫਰੀਜਰੇਟਰ ਦੇ ਵਿੱਚ ਜਿੰਨੇ ਵੀ ਪਰਸ਼ੇਬਲ ਪ੍ਰੋਡਕਟਸ ਨੂੰ ਲੰਬੇ ਟਾਈਮ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ। ਪਰਸ਼ੇਬਲ ਮਤਲਬ ਜਿਵੇਂ ਖਰਾਬ ਹੋਣ ਵਾਲੇ ਵੈਜੀਟੇਬਲਸ ਵਗੈਰਾ ਹੋ ਗਏ, ਆਪਣਾ ਮਿਲਕ ਹੋ ਗਿਆ, ਠੀਕ ਹੈ। ਇਹਦਾ ਅਪੋਜ਼ਿਟ ਕੀ ਹੋ ਜਾਏਗਾ? ਨੋਨ ਬਾਇਓਡੀਗ੍ਰੇਡੇਬਲ ਪ੍ਰੋਡਕਟਸ, ਜਿਹੜੇ ਆਪਣੇ ਆਪ ਗਲਦੇ ਸੜਦੇ ਨੇ, এনवायरमेंट 'ਚ ਪਏ ਰਹਿੰਦੇ ਨੇ ਔਰ ਹਾਰਮ ਕਰਦੇ ਨੇ, ਜਿਵੇਂ ਪਲਾਸਟਿਕ ਹੋ ਗਿਆ, ਪਲਾਸਟਿਕ ਬੋਟਲਸ ਹੋ ਗਈਆਂ, ਇਹ ਸਾਰੀਆਂ ਇੰਪਰਸ਼ੇਬਲ ਨੋਨ ਡਿਕੇਇੰਗ ਪ੍ਰੋਡਕਟਸ ਨੇ। ਇਹ ਤਿੰਨੋਂ ਵਰਡਸ ਆਪਾਂ ਸਿਨੋਨਿਮਸ ਹੋ ਗਏ, ਠੀਕ ਹੈ। ਨੈਕਸਟ ਹੈ ਬਾਇਓਡਾਇਵਰਸਿਟੀ। ਬਾਇਓਡਾਇਵਰਸਿਟੀ ਹੁੰਦੀ ਹੈ ਕਿਸੇ ਵੀ ਚੀਜ਼ ਦੀ ਵੈਰਾਈਟੀ, ਨੋਟ ਕਿਸੇ ਵੀ ਚੀਜ਼ ਦੀ ਵੈਰਾਈਟੀ, ਇਹ ਜਿੰਦਾ ਚੀਜ਼ਾਂ ਦੀ ਵੈਰਾਈਟੀ, ਮਤਲਬ ਜਿੰਨੇ ਵੀ ਆਪਣੇ ਐਨੀਮਲਸ ਨੇ, ਵਾਈਲਡ ਐਨੀਮਲਸ ਨੇ, ਇਹ ਆਪਣੀ ਬਾਇਓਡਾਇਵਰਸਿਟੀ ਹੈ, ਠੀਕ ਹੈ। ਹਰ ਇੱਕ ਜਗ੍ਹਾ ਦੀ ਆਪਦੀ ਬਾਇਓਡਾਇਵਰਸਿਟੀ ਹੁੰਦੀ ਹੈ, ਉੱਥੋਂ ਦੇ ਰਹਿਣ ਦੇ ਡਿਫਰੈਂਟ ਐਨੀਮਲਸ ਕ੍ਰੀਏਚਰਸ ਹੁੰਦੇ ਨੇ, ਠੀਕ ਹੈ। ਵੈਰਾਈਟੀ ਆਫ ਸਪੀਸੀਜ਼ ਕਹਿ ਸਕਦੇ ਹੋ ਇਸਨੂੰ। ਫਲੋਰਾ ਐਂਡ ਫੌਨਾ ਯੂਜ਼ ਕਰ ਸਕਦੇ ਹੋ, ਜਿਵੇਂ ਇੰਡੀਆ ਹੈਜ਼ ਡਾਇਵਰਸ ਫਲੋਰਾ ਐਂਡ ਫੌਨਾ। ਤਾਂ ਫਲੋਰਾ ਹੁੰਦਾ ਆਪਣੀ ਵਨਸਪਤੀ, ਮਤਲਬ ਪੇੜ ਪੌਦਿਆਂ ਨੂੰ ਕਹਿੰਦੇ ਆ, ਫੌਨਾ ਆਪਣੇ ਜੀਵ ਜੰਤੂਆਂ ਨੂੰ ਕਹਿੰਦੇ ਆ। ਡਾਇਵਰਸਿਟੀ ਆਫ ਕ੍ਰੀਏਚਰ, ਔਰ ਡਾਈਵਰਸ ਵਰਡ ਵੀ ਯੂਜ਼ ਕਰ ਸਕਦੇ ਹੋ, ਡਾਈਵਰਸ ਫਲੋਰਾ ਐਂਡ ਫੌਨਾ, ਇਹ ਧਿਆਨ ਰੱਖਿਓ। ਨੈਕਸਟ ਹੈ ਡਿਫੋਰੈਸਟੇਸ਼ਨ। ਆਪਾਂ ਇੱਕ ਕਾਰਨ ਇਹ ਵੀ ਹੈ ਕਿ ਇੱਕ ਤਾਂ ਆਪਾਂ ਯੂਜ਼ ਕੀਤਾ ਸੀ ਵੀ ਐਮਿਸ਼ਨ ਹੋ ਰਿਹਾ ਬਹੁਤ ਸਾਰੀਆਂ ਪੋਇਜ਼ਨਸ ਗੈਸਿਸ ਦਾ, ਇਸ ਕਰਕੇ এনवायरमेंट ਜੋ ਹੈ ਡਿਗਰੇਡ ਹੋ ਰਿਹਾ। ਇੱਕ ਹੈ ਡਿਫੋਰੈਸਟੇਸ਼ਨ, ਕਿ ਪੇੜਾਂ ਨੂੰ ਕੱਟਿਆ ਜਾ ਰਿਹਾ। ਪੇੜਾਂ ਨੂੰ ਕੱਟਣ ਨੂੰ ਆਪਾਂ ਹੋਰ ਕੀ ਕੁਛ ਕਹਿ ਸਕਦੇ ਹਾਂ? ਕਲੀਅਰਿੰਗ ਆਫ ਦਾ ਫੋਰੈਸਟ, ਕਿਉਂਕਿ ਕਈ ਵਾਰ ਆਪਾਂ ਇੰਟਰੋਡਕਸ਼ਨ ਦੇ ਵਿੱਚ ਵੀ ਇਹੀ ਵਰਡ ਯੂਜ਼ ਕਰਨਾ ਹੁੰਦਾ, VP1 'ਚ, VP2 'ਚ, ਈਵਨ ਕਨਕਲੂਜ਼ਨ ਦੇ ਵਿੱਚ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਤਾਂ ਆਪਣੇ ਕੋਲ ਅਲੱਗ-ਅਲੱਗ ਵਰਡਿੰਗ ਹੋਣੀ ਚਾਹੀਦੀ ਹੈ। ਨੈਕਸਟ ਹੈ ਆਪਣੇ ਕੋਲ ਕਟਿੰਗ ਡਾਊਨ ਔਰ ਹਾਰਮ ਦਾ greenery। ਤਾਂ ਕਟਿੰਗ ਡਾਊਨ ਦ ਟਰੀਜ਼,
ਤੇ ਹਾਰਮ ਦਾ ਗ੍ਰੀਨਰੀ, ਸੇਮ ਇਹਨਾਂ ਨੂੰ ਆਪਾਂ ਸੇਮ ਕੈਟਾਗਰੀ 'ਚ ਰੱਖ ਸਕਦੇ ਹਾਂ, ਇਹ ਆਪਣੀ ਸਿਨੋਨਿਮਸ ਹੈ। ਨੈਕਸਟ ਹੈ ਐਫੋਰੈਸਟੇਸ਼ਨ, ਪਲਾਂਟੇਸ਼ਨ ਤੇ ਗਰੋਇੰਗ। ਜੇ ਆਪਾਂ ਅਪੋਜ਼ਿਟ ਇਹਦੀ ਗੱਲ ਕਰਦੇ ਹਾਂ ਤਾਂ ਇਹ ਉਹਦੇ ਅਪੋਜ਼ਿਟ ਨੇ, ਜ਼ਿਆਦਾ ਤੋਂ ਜ਼ਿਆਦਾ ਪੇੜ ਲਗਾਉਣਾ ਤੇ ਪਲਾਂਟੇਸ਼ਨ ਕਰਨਾ, ਗਰੋਇੰਗ ਪੇੜਾਂ ਨੂੰ ਲਗਾਉਣਾ। ਇਹ ਆਪਣਾ ਇੱਕ ਸੁਜੈਸ਼ਨ ਹੋ ਸਕਦਾ ਹੈ, ਉੱਥੇ ਆਪਾਂ ਯੂਜ਼ ਕਰ ਸਕਦੇ ਹਾਂ ਕਿ ਅਗਰ ਆਪਾਂ ਇਨਵਾਇਰਮੈਂਟ ਦੇ ਨੂੰ ਪ੍ਰੋਟੈਕਟ ਕਰਨਾ, ਕੰਜ਼ਰਵ ਕਰਨਾ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ, ਜ਼ਿਆਦਾ ਤੋਂ ਜ਼ਿਆਦਾ ਪੇੜ ਲਗਾਉਣੇ ਚਾਹੀਦੇ। ਐਫੋਰੈਸਟੇਸ਼ਨ ਇਜ਼ ਦ ਕੀ ਟੂ ਸੋਲਵ ਦਿਸ ਪ੍ਰੋਬਲਮ, ਹੈ ਨਾ। ਨੈਕਸਟ ਹੈ ਗਲੋਬਲ ਵਾਰਮਿੰਗ। ਗਲੋਬਲ ਵਾਰਮਿੰਗ ਇੱਕ ਬਹੁਤ ਹੀ ਵੱਡਾ, ਗਲੋਬਲ ਵਾਰਮਿੰਗ ਹੈਜ਼ ਬਿਕਮ ਐਨ ਇਸ਼ੂ ਆਫ ਕੰਸਰਨ ਟੂਡੇ ਦ ਵਰਲਡ ਓਵਰ। ਪੂਰੇ ਦੇ ਪੂਰੇ ਵਰਲਡ ਦੇ ਵਿੱਚ ਇਹ ਪ੍ਰੋਬਲਮ ਬਣ ਚੁੱਕਿਆ ਹੈ। ਗਲੋਬਲ ਵਾਰਮਿੰਗ ਤੁਸੀਂ ਹੋਰ ਕੁਝ ਕਹਿ ਸਕਦੇ ਹੋ, ਤੁਸੀਂ ਕਹਿ ਸਕਦੇ ਹੋ ਕਲਾਈਮੇਟ ਚੇਂਜ, climate shift. We are going through climate shift and which is very harmful for the economies which are based on agriculture. ਜਿਵੇਂ ਕਿ ਇੰਡੀਆ ਦੀ ਜੋ ਇਕੋਨਮੀ ਹੈ ਐਗਰੀਕਲਚਰ ਬੇਸਡ ਹੈ, ਤਾਂ ਐਵਰੇਜ ਟੈਂਪਰੇਚਰ ਯਾਨੀ ਕਿ ਇਨਕਰੀਜ਼ ਇਨ ਐਵਰੇਜ ਟੈਂਪਰੇਚਰ ਆਫ ਦਾ ਅਰਥ ਨੂੰ ਵੀ ਆਪਾਂ ਗਲੋਬਲ ਵਾਰਮਿੰਗ ਕਹਿੰਦੇ ਹਾਂ। ਨੈਕਸਟ ਹੈ ਡਾਈ ਆਊਟ, ਐਕਸਟਿੰਕਟ, ਡਿਸਅਪੀਅਰ, ਵੈਨਿਸ਼। ਇਹ ਚਾਰੋਂ ਇੱਕੋ ਕੰਟੈਕਸਟ ਯੂਜ਼ ਹੁੰਦੇ ਆ, ਜਦੋਂ ਕੋਈ ਚੀਜ਼ ਖਤਮ ਹੁੰਦੀ ਜਾ ਰਹੀ ਹੈ ਤਾਂ ਉਸ ਨੂੰ ਆਪਾਂ ਯੂਜ਼ ਕਰਦੇ ਹਾਂ ਪਰਮਾਨੈਂਟਲੀ ਖਤਮ ਹੋ ਜਾਏਗੀ। ਜਿਵੇਂ ਆਪਣੇ ਫੋਸਿਲ ਫਿਊਲ ਹੈ ਜਾਂ ਆਪਣੇ ਬਹੁਤ ਸਾਰੀਆਂ ਸਪੀਸੀਜ਼ ਹੈ, ਕ੍ਰੀਏਚਰਸ ਹੈ, ਉਹ ਕੀ ਹੋ ਰਹੇ ਹੈ, ਐਕਸਟਿੰਕਟ ਹੋ ਰਹੇ ਹੈ। ਜਿਵੇਂ ਡਾਇਨਾਸੋਰ ਹੈਜ਼ ਆਲਰੇਡੀ ਐਕਸਟਿੰਕਟਡ, ਤੇ ਆਲਰੇਡੀ ਐਕਸਟਿੰਕਟ ਹੋ ਚੁੱਕੇ ਨੇ। ਇਹ ਵਰਬਸ ਨੇ, ਅਗਰ ਆਪਾਂ ਵਰਬ ਦੀ ਜਗ੍ਹਾ ਤੇ ਨਾਊਨ ਨੂੰ ਯੂਜ਼ ਕਰਨਾ ਹੈ ਤਾਂ ਐਕਸਟਿੰਕਸ਼ਨ ਵਰਡ ਯੂਜ਼ ਕਰ ਸਕਦੇ ਹੋ। ਤਾਂ ਦੇਖੋ ਇੱਥੇ ਦਿੱਤਾ ਔਨ ਦਾ ਵਰਜ ਔਰ ਐਜ ਆਫ ਐਕਸਟਿੰਕਸ਼ਨ। ਤਾਂ ਔਨ ਦਾ ਐਜ ਔਰ ਵਰਜ ਕੀ ਹੁੰਦਾ ਹੈ, ਜਦੋਂ ਕਿਨਾਰੇ ਤੇ ਮਤਲਬ ਕੰਢੇ ਤੇ, ਮਤਲਬ ਖਤਮ ਹੋਣ ਵਾਲੇ ਹੈ। ਤਾਂ ਬਹੁਤ ਸਾਰੇ ਜੋ ਸਪੀਸੀਜ਼ ਹੈ ਉਹ ਔਨ ਦਾ ਵਰਜ ਆਫ ਐਕਸਟੈਂਸ਼ਨ ਹੈ, ਤਾਂ ਉਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਇਹਨਾਂ ਨੂੰ ਐਂਡੇਂਜਰਡ ਸਪੀਸੀਜ਼ ਵੀ ਕਹਿ ਸਕਦੇ ਹੋ, ਠੀਕ ਹੈ। ਹਜ਼ਾਰਡਸ ਵੇਸਟ, ਕੋਈ ਟੌਕਸਿਕ ਵੇਸਟ ਵੀ ਕਹਿ ਸਕਦੇ ਹੋ। ਸੌਰੀ, ਟੌਕਸਿਕ ਵੇਸਟ ਵੀ ਹੁੰਦੀ ਹੈ, ਮਤਲਬ ਹਾਰਮਫੁਲ ਹੈ ਜਿਹੜੀ ਵੇਸਟ, ਉਸ ਨੂੰ ਹਜ਼ਾਰਡਸ ਵੇਸਟ ਕਹਿ ਸਕਦੇ ਹੋ, ਹਾਰਮਫੁਲ ਵੇਸਟ ਕਹਿ ਸਕਦੇ ਹੋ। ਅੱਗੇ ਹੈ ਜੋ ਕੀ ਕਰਦੀ ਹੈ, ਐਨਵਾਇਰਨਮੈਂਟ ਨੂੰ ਪੋਲਿਊਟ ਕਰਦੀ ਹੈ। ਨੈਕਸਟ ਹੈ ਡਰੌਟ। ਡਰੌਟ ਅਗਰ ਆਪਾਂ ਆਲਰੇਡੀ ਕਰ ਚੁੱਕੇ ਤਾਂ ਮੈਨੂੰ ਛੱਡ ਰਹੀ ਹਾਂ। ਡਰੌਟ ਹੁੰਦਾ ਹੈ ਪਾਣੀ ਦੀ ਕਮੀ, ਜਿੱਥੇ ਜੇ ਆਪਾਂ ਕਲਾਈਮੇਟ ਸ਼ਿਫਟ ਫੇਸ ਕਰਾਂਗੇ ਤਾਂ ਪਾਣੀ ਬਹੁਤ ਜ਼ਿਆਦਾ ਹੋ ਜੂ ਜਾਂ ਪਾਣੀ ਜਮਾ ਹੀ ਨਹੀਂ ਹੋਊਗਾ। ਬਹੁਤ ਸਾਰੇ ਏਰੀਆ ਦੇ ਵਿੱਚ ਕਾਲ ਪੈ ਜਾਂਦਾ, ਬਹੁਤ ਸਾਰੇ ਏਰੀਆ ਦੇ ਵਿੱਚ ਫਲੱਡਸ ਆ ਜਾਂਦੀ ਹੈ। ਤਾਂ ਡਰੌਟ ਨੂੰ ਆਪਾਂ ਤੁਸੀਂ ਸ਼ਾਰਟੇਜ ਆਫ ਰੇਨਫਾਲ ਵੀ ਕਹਿ ਸਕਦੇ ਹੋ। ਤੇ ਨੈਕਸਟ ਹੈ ਫਲੱਡ, ਸੁਨਾਮੀ, ਡਿਜ਼ਾਸਟਰਸ, ਵਾਟਰ ਕੈਟਾਸਟ੍ਰੋਫ। ਇਹ ਸਿਰਫ ਪਾਣੀ ਨਾਲ ਰਿਗਾਰਡਿੰਗ ਜਿਹੜੀ ਪ੍ਰੋਬਲਮਸ ਆ ਉਹਨਾਂ ਨੂੰ ਕਿਹਾ ਗਿਆ। ਫਲੱਡ, ਬਾੜ ਦਾ ਆਉਣਾ, ਸੁਨਾਮੀ ਆਉਣਾ, ਫਿਰ ਡਿਜ਼ਾਸਟਰ, ਨੈਚੁਰਲ ਡਿਜ਼ਾਸਟਰ ਵੀ ਕਹਿ ਸਕਦੇ ਉਹਨੂੰ, ਔਰ ਵਾਟਰੀ ਕੈਟਾਸਟ੍ਰੋਫ ਵੀ ਕਹਿ ਸਕਦੇ ਹੋ। ਅੱਗੇ ਨੈਚੁਰਲ ਡਿਜ਼ਾਸਟਰ ਦਿੱਤਾ ਹੋਇਆ ਜਿਵੇਂ ਅਰਥਕੁਏਕ। ਅਰਥਕੁਏਕਸ ਦੀ ਸਪੈਲਿੰਗ ਦੇਖ ਲਓ, ਇਹ ਜ਼ਿਆਦਾਤਰ ਬੱਚੇ ਗਲਤ ਕਰਦੇ ਨੇ। ਅਰਥਕੁਏਕ ਹੁੰਦਾ ਭੂਕੰਪ। ਲੈਂਡਸਲਾਈਡ ਹੋਣਾ ਮਤਲਬ ਜ਼ਮੀਨ ਦੀਆਂ ਜੋ ਕੁਛ ਲੇਅਰਸ ਹੁੰਦੀਆਂ ਉਹ ਸਲਾਈਡ ਹੋ ਜਾਂਦੀਆਂ ਨੇ। ਇੱਕ ਵੋਲਕੈਨੋ ਵੀ ਕਹਿ ਸਕਦੇ ਹੋ, ਠੀਕ ਹੈ, ਵੋਲਕੈਨੋ ਇਰਪਸ਼ਨ। ਮੈਂ ਇੱਥੇ ਲਿਖਿਆ ਨਹੀਂ, ਚਲੋ ਨੈਕਸਟ ਵੀਡੀਓ ਦੇ ਵਿੱਚ ਲਿਖ ਦੂੰਗੀ। ਵੋਲਕੈਨੋ ਇਰਪਸ਼ਨ ਹੁੰਦਾ ਇੱਕ ਨੈਚੁਰਲ ਡਿਜ਼ਾਸਟਰ ਹੈ ਇਹ। ਅੱਗੇ ਹੈ ਨੈਚੁਰਲ ਕਲੈਮਿਟੀਜ਼ ਕਹਿ ਸਕਦੇ ਹੋ, ਡਿਜ਼ਾਸਟਰ ਕਹਿ ਸਕਦੇ ਹੋ ਇਸਨੂੰ। ਨੈਕਸਟ ਹੈ ਡੰਪਿੰਗ ਗਰਾਊਂਡ। ਡੰਪਿੰਗ ਗਰਾਊਂਡ ਉਹ ਏਰੀਆ ਹੁੰਦੇ ਜਿੱਥੇ ਆਪਾਂ ਕਿਸੇ ਜਿਵੇਂ ਸ਼ਹਿਰ ਦੀ ਜੋ ਜਿੰਨਾ ਵੀ ਕੂੜਾ ਕਰਕਟ ਵਗੈਰਾ ਇਕੱਠਾ ਹੋ ਜਾਂਦਾ ਉਸ ਨੂੰ ਡੰਪਿੰਗ ਗਰਾਊਂਡਸ ਕਹਿ ਦਿੰਦੇ ਆ, ਠੀਕ ਹੈ। ਲੈਂਡਫਿਲ ਸਾਈਟਸ ਵੀ ਕਹਿ ਦਿੰਦੇ। ਅਤੇ ਬਹੁਤ ਸਾਰੇ ਚੀਜ਼ਾਂ ਜੋ ਹੈ ਵੇਸਟ ਨੂੰ ਯੂਜ਼ ਕੀਤਾ ਜਾ ਰਿਹਾ ਹੈ ਲੈਂਡਫਿਲ ਸਾਈਡ ਮਤਲਬ ਉਹਨਾਂ ਨੂੰ ਭਰਿਆ ਜਾਂਦਾ ਉਸ ਨਾਲ ਆਪਣੀ ਗਾਰਬੇਜ ਵਗੈਰਾ ਨਾਲ, ਤਾਂ ਜਿਹਦੇ ਨਾਲ ਉਹ ਭਰਤ ਪਾ ਸਕਦੇ ਹੋ ਉਹਦੇ ਨਾਲ। ਕੰਜ਼ਰਵੇਸ਼ਨ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਬਚਾਉਣਾ, ਕੰਜ਼ਰਵ ਕਰਨਾ, ਠੀਕ ਹੈ। ਕੰਜ਼ਰਵ ਇਹਦੀ ਵਰਬ ਹੈ, ਕੰਜ਼ਰਵੇਸ਼ਨ ਨਾਊਨ ਹੈ। ਪ੍ਰੋਟੈਕਸ਼ਨ, ਸੇਫਗਾਰਡ, ਪ੍ਰੀਵੈਂਸ਼ਨ, ਸੇਵਿੰਗ, ਕੀਪਿੰਗ ਅਪ, ਇਹ ਸਾਰੇ ਵਰਡ ਇਨਵਾਇਰਮੈਂਟ ਨੂੰ ਬਚਾਉਣ ਵਾਸਤੇ ਆਪਾਂ ਯੂਜ਼ ਕਰ ਸਕਦੇ ਹਾਂ। ਇਟਸ ਵੈਰੀ ਇੰਪੋਰਟੈਂਟ ਟੂ ਕੰਜ਼ਰਵ ਦ ਇਨਵਾਇਰਮੈਂਟ, protect the environment, safeguard the environment. Okay, conservation of environment is extremely important today as degradation of environment is increasing day by day, है ना। ਜੇ ਜ਼ਿਆਦਾ ਤੋਂ ਜ਼ਿਆਦਾ ਡਿਗਰੇਡ ਹੁੰਦਾ ਜਾ ਰਿਹਾ ਤਾਂ ਕਰਕੇ ਆਪਾਂ ਨੂੰ ਇਹਨੂੰ ਕੰਜ਼ਰਵ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਨੈਕਸਟ ਆਪਣਾ ਵਰਡ ਹੈ ਐਨਰਜੀ ਸੋਰਸ। ਬਹੁਤ ਸਾਰੇ ਐਨਰਜੀ ਸੋਰਸ ਆਪਣੇ ਕੋਲ ਹੈਗੇ ਨੇ, ਜਿਵੇਂ ਆਪਣੇ ਕੋਲ ਫੋਸਿਲ ਫਿਊਲ ਨੇ, ਨੈਚੁਰਲ ਰਿਸੋਰਸਿਸ ਆਪਣੇ ਜੋ ਵੀ ਨੈਚੁਰਲ ਤੌਰ 'ਤੇ ਆਪਾਂ ਨੂੰ ਮਿਲੇ ਹੋਏ ਰਿਸੋਰਸਿਸ ਨੇ, ਚੀਜ਼ਾਂ ਨਹੀਂ ਮਿਲੀਆਂ ਹੋਈਆਂ, ਜਿਵੇਂ ਆਪਾਂ ਨੂੰ ਜੰਗਲ ਮਿਲੇ ਹੋਏ ਨੇ, ਫੋਸਿਲ ਫਿਊਲ ਮਿਲੇ ਹੋਏ ਨੇ, ਆਪਣੇ ਨੈਚੁਰਲ ਰਿਸੋਰਸਿਸ ਆ ਜਾਂਦੇ ਨੇ। ਨੈਚੁਰਲ ਫੋਸਿਲ ਫਿਊਲ ਨੂੰ ਤੁਸੀਂ ਪੈਟਰੋਲ, ਡੀਜ਼ਲ ਇੱਦਾਂ ਵੀ ਲਿਖ ਸਕਦੇ ਹੋ, ਕਨਵੈਨਸ਼ਨਲ ਫਿਊਲ ਵੀ ਕਹਿ ਸਕਦੇ ਹੋ।
ਆਲਟਰਨੇਟਿਵ ਸੋਰਸਿਸ ਉਹਨਾਂ ਨੂੰ ਕਹਿੰਦੇ ਆ ਜਿਹੜੇ ਆਪਣੇ ਹੁਣ ਨਵੇਂ ਟਾਈਪ ਦੇ ਆਪਣੇ ਕੋਲੇ ਨੋਨ ਕਨਵੈਨਸ਼ਨਲ ਆਪਾਂ ਕਹਿ ਸਕਦੇ ਹਾਂ, ਫਿਊਲ ਕਹਿ ਸਕਦੇ ਹਾਂ ਇਹਨਾਂ ਨੂੰ। ਆਲਟਰਨੇਟਿਵ 'ਚ ਆ ਜਾਂਦੇ ਨੇ ਵਿੰਡ, ਸੋਲਰ ਐਨਰਜੀ ਔਰ ਥਰਮਲ ਐਨਰਜੀ, ਇਹ ਸਾਰੇ ਆਪਣੇ ਆਲਟਰਨੇਟਿਵ ਸੋਰਸ ਆਫ ਐਨਰਜੀ ਆ ਜਾਂਦੇ ਨੇ। ਤਾਂ ਇਹਦੇ ਨਾਲ ਰਿਗਾਰਡਿੰਗ ਹਲੇ ਖ਼ਤਮ ਨਹੀਂ ਹੋਏ ਇਨਵਾਇਰਮੈਂਟ ਰਿਗਾਰਡਿੰਗ ਆਪਣੇ ਵਰਡ, ਔਰ ਇਹ ਸਾਰੇ ਵਰਡ ਤੁਹਾਡੇ ਰੀਡਿੰਗ 'ਚ ਵੀ ਯੂਜ਼ ਹੋਣਗੇ, ਰਾਈਟਿੰਗ 'ਚ ਵੀ ਯੂਜ਼ ਹੋਣਗੇ। ਤਾਂ ਕੋਸ਼ਿਸ਼ ਕਰਿਓ ਇਹਨਾਂ ਨੂੰ ਲਿਖ ਕੇ ਯਾਦ ਕਰਨ ਦੀ। ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਆਪਦੀ ਨੋਟਬੁੱਕ ਬਣਾ ਲਓ, ਇਸ ਨੂੰ ਸਾਹਮਣੇ ਰੱਖ ਕੇ ਟਾਸਕ ਲਿਖਣ ਦੀ ਕੋਸ਼ਿਸ਼ ਕਰੋ, ਇਹਨੂੰ ਯੂਜ਼ ਕਰੋ। ਇੱਕ ਦੋ ਵਾਰ ਤੁਸੀਂ ਯੂਜ਼ ਕਰੋਗੇ ਆਪਣੇ ਆਪ ਤੁਹਾਡੀ ਕੌਨਸ਼ੀਅਸ ਮੈਮਰੀ ਦੇ ਵਿੱਚ ਆ ਜਾਣਗੇ। ਤਾਂ ਆਈ ਹੋਪ ਮੈਂ ਤੁਹਾਨੂੰ ਸਮਝਾ ਪਾਈ ਹੋਊਂਗੀ। ਅਗਰ ਕਿਸੇ ਵੀ ਕੁਐਸਚਨ ਦਾ ਜਾਂ ਕਿਤੇ ਵੀ ਗਲਤੀ ਵੀ ਹੋ ਗਈ ਹੋਵੇ ਤਾਂ ਪਲੀਜ਼ ਮੈਨੂੰ ਦੱਸ ਦਿਓ। ਹਾਲੇ ਮੈਂ ਕਰ ਰਹੀ ਹਾਂ ਇਸ 'ਤੇ ਕੋਸ਼ਿਸ਼ ਇੰਪਰੂਵ ਕਰਨ ਦੀ, ਔਰ ਨੈਕਸਟ ਆਪਾਂ ਵੀਡੀਓ ਜਲਦੀ ਹੀ ਕਰਾਂਗੇ ਇਸ 'ਤੇ। ਥੈਂਕ ਯੂ, ਔਰ ਪਲੀਜ਼ ਸਬਸਕ੍ਰਾਈਬ ਕਰੋ ਚੈਨਲ ਨੂੰ, ਸ਼ੇਅਰ ਕਰੋ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ, ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲੇ ਔਰ ਮੈਂ ਜ਼ਿਆਦਾ ਤੋਂ ਜ਼ਿਆਦਾ ਤੁਹਾਡੀ ਇਸ ਤਰੀਕੇ ਦੀ ਵੀਡੀਓ ਬਣਾਵਾਂ। ਥੈਂਕ ਯੂ ਸੋ ਮਚ।